ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੁਭਾਏਮਾਨ ਸਤਸੰਗੀ ਜਨੋ, ਸੰਗਤ ਬੜਭਾਗੀ ਹੋ। ਧੰਨਤਾ ਦੇ ਯੋਗ ਸਤਸੰਗਤ ਕਰਨ ਦਾ ਸਮਾਂ ਸੁਭਾਗ ਪ੍ਰਾਪਤ ਹੋਇਆ ਹੈ। ਆਪ ਸੰਗਤ ਬੜਭਾਗੀ ਹੋ, ਪੂਰਬਲੇ ਕਰਮ ਜਾਗੇ ਹਨ। ਅੱਜ ਦਾ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਸਰਬੱਤ ਮਾਈ ਭਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਕਮੇ ਹੁਕਮ ਚਲਾਏ ਰਾਓ, ਨਾਨਕ ਬਿਕਸੈ ਬੇਪਰਵਾਹ। ਇੱਕ ਬਚਨ ਆਉਂਦਾ ਪਾਤਸ਼ਾਹ ਜੀ ਦਾ, ਹੁਕਮੀ ਹੁਕਮ ਰਜ਼ਾਈ ਚੱਲਣ ਨਾਨਕ ਲਿਖਿਆ ਨਾਲ। ਹੁਕਮੀ ਹੋਵਣ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ। ਇੱਕ ਹੁਕਮੀ ਸਦਾ ਭਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ। ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੇ ਨਾ ਕੋਏ। ਇਹ ਪੰਗਤੀਆਂ ਜਪ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ, ਮੂਲ ਬਾਣੀ ਜਪ ਬਾਣੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਹਿਲੀ ਬਾਣੀ, ਪਹਿਲੇ ਪਾਤਸ਼ਾਹ। ਜਪ ਵੀ ਜਪਣਾ, ਸਿਮਰਨਾ, ਧਿਆਉਣਾ, ਗੱਲ ਇੱਕੋ ਹੀ ਹੈ। ਵੇਦਾਂ ਸ਼ਾਸਤਰਾਂ ਦੇ ਵਿਦਵਾਨਾਂ ਨੇ ਧਿਆਉਣਾ ਅਤੇ ਸਿਮਰਨਾ ਜਪਣਾ ਵੱਖੋ ਵੱਖਰੀਆਂ ਬੋਲੀਆਂ ਨੇ, ਮਤਲਬ ਇੱਕੋ ਹੀ ਹੈ। ਜੇ ਜਪਣਾ, ਆਰਾਧਨਾ, ਸਿਮਰਨਾ, ਗਾਉਣਾ। ਅਤੇ ਸਾਧ ਸੰਗਤ ਜੀ, ਜਪ ਬਾਣੀਆਂ ਜੀ ਸਤਿਕਾਰ ਵਜੋਂ ਲਾਇਆ ਗਿਆ ਸਾਹਿਬ। ਜਪ ਜੀ ਸਾਹਿਬ ਉਹ ਪਾਠ ਬਣ ਗਿਆ ਪਹਿਲੇ ਪਾਤਸ਼ਾਹੀ ਦੀ, ਜੋ 38 ਪੌੜੀਆਂ ਹਨ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਾਣੀ ਹੈ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਤਸ਼ਾਹ ਹੁਕਮੇ ਆਪਾਂ ਬਾਣੀ ਪੜ੍ਹ ਕੇ ਹਟਿਆ। ਹੁਕਮੈ ਜਿਨ੍ਹਾਂ ਨੇ ਹੁਕਮ ਮੰਨਿਆ, ਹੋਵੈ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਉਹ ਬਾਣੀ ਧੁਰ ਕੀ ਬਾਣੀ, ਰੱਬੀ ਬਾਣੀ, ਸ਼ਾਂਤਮਈ ਬਾਣੀ, ਜਿਨ੍ਹਾਂ ਨੇ ਪੜ੍ਹ ਕੇ ਸੁਣ ਕੇ ਆਰਾਧਨਾ ਕਰਕੇ ਜਪ ਕੇ ਜੀਵਨ ਨੂੰ ਸਫਲਾ ਕੀਤਾ, ਘੜੀਆਂ ਨੂੰ ਸਫਲਾ ਕੀਤਾ ਹੈ। ਭਾਵੇਂ ਵੇਦ ਸਿੱਧ ਪੀਰ ਬਾਣੀ ਸੁਣ ਕੇ ਬਾਣੀ ਪੜ੍ਹ ਕੇ ਨਾਥ ਬਣ ਗਏ। ਇਹ ਐਸੀ ਬਾਣੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ। ਮਾਨਸਾਂ ਤੋਂ ਦੇਵਤੇ ਬਣਾਵੇ, ਬਾਣੀ ਗੁਰੂ ਨਾਨਕ ਦੀ। ਮਾਨਸਾਂ ਤੋਂ ਦੇਵਤੇ ਬਣਾਵੇ, ਬਾਣੀ ਬਾਬੇ ਨਾਨਕ ਦੀ। ਭਾਵੇਂ ਆਪਣੇ ਕਠੋਰ ਮਨ ਹਨ,
ਇਨਸਾਨੀ ਜਾਮਾ ਲੈਤਾ ਹੈ। ਤੇ ਸਾਧ ਸੰਗਤ ਜੀ, ਜਿਹੜਾ ਆਪਣਾ ਵਿਵਹਾਰ ਹੈ, ਇਨਸਾਨੀਅਤ ਖਤਮ ਹੁੰਦੀ ਹੈ। ਜਿੰਨ ਪ੍ਰੇਤਾਂ ਵਾਲਾ ਆਪਾਂ ਵਿਵਹਾਰ ਕਰਦੇ ਹਾਂ, ਇਹ ਸਪਸ਼ਟ ਹੈ। ਕਿਉਂਕਿ ਤਾਰਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਜਣ ਠੱਗ ਵਰਗੇ, ਬਲੀ ਕੰਧਾਰੀ ਵਰਗਿਆਂ ਨੂੰ, ਕਿੰਨਿਆਂ ਨੂੰ ਤਾਰ ਕੇ ਉਸ ਬਾਣੀ ਦੇ ਤੇ ਗੁਰੂ ਸਾਹਿਬ ਜੀ ਦੇ ਲੜ ਲਾਇਆ। ਭਟਕੇ ਹੋਏ ਜਿਹੜੇ ਜਿਉਂਦੇ ਬੰਦੇ ਨੂੰ ਤਲ ਕੇ ਗਰਮ ਕੜਾਹਾਂ ਦੇ ਵਿੱਚ ਤੇਲ ਦੇ ਵਿੱਚ ਖਾ ਜਾਂਦੇ ਸੀ। ਕੋਈ ਦਇਆ ਹੀ ਨਹੀਂ ਸੀ, ਧਰਮ ਦੀ ਕੋਈ ਗੱਲ ਹੀ ਨਹੀਂ ਸੀ, ਤੇ ਨਾ ਕਿਰਤ ਕਮਾਈ ਦੀ ਕੋਈ ਗੱਲ ਸੀ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਏ, ਸਿੱਧ ਪੀਰ ਸੁਰਨਾਥ ਹੋਏ, ਗੁਰਬਾਣੀ ਸੁਣ ਕੇ, ਗੁਰਬਾਣੀ ਪੜ੍ਹ ਕੇ। ਇਸੇ ਦੇ ਵਿਚਾਰ ਆਪਾਂ ਅੱਜ ਕਰਨੀ ਹੈ। ਭਾਈ ਲਹਿਣਾ ਜੀ ਨੇ ਹੁਕਮ ਮੰਨਿਆ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜਿਹੜਾ ਹੁਕਮ ਮਾਤਾ ਪਿਤਾ ਦਾ ਹੈ, ਉਹ ਵੀ ਮੰਨ ਕੇ ਅਸੀਂ ਸਾਰੀ ਜ਼ਿੰਦਗੀ ਸੁੱਖ ਪ੍ਰਾਪਤ। ਘਰ ਵਾਲੀ ਸਾਰਾ ਕੁਛ ਆਪਣਾ ਉਹ ਸਿਸਟਮ ਚਲਾਉਂਦੀ ਹੈ, ਉਹ ਵਜ਼ੀਰ ਹੈ। ਪਤੀ ਰਾਜਾ ਹੈ, ਪਤਨੀ ਵਜ਼ੀਰ ਹੈ। ਉਹਨਾਂ ਦੇ ਵੀ ਭਾਈ ਬਚਨ ਗੱਲ ਮੰਨ ਕੇ ਫਿਰ ਕਲੇਸ਼ ਤੇ ਪਾਪ, ਜਿਹੜਾ ਕਬੀਲਦਾਰੀ ਦਾ ਢਾਂਚਾ, ਉਹ ਸਹੀ ਚੱਲੀ ਜਾਂਦਾ ਹੈ। ਜਿੰਨਾ ਚਿਰ ਰਾਜਾ ਵਜ਼ੀਰ ਦੀ ਮੰਨੇ ਨਾ, ਉਹ ਫਿਰ ਰਾਜ ਭਾਗ ਸਹੀ ਨਹੀਂ ਚੱਲਦਾ। ਰਾਜਾ ਆਪਦੀ ਕਰੇ, ਵਜ਼ੀਰ ਆਪਦਾ ਚੱਕੀ ਚੱਲੇ ਕੰਮ ਨੂੰ, ਉਹ ਗੱਲ ਨਹੀਂ ਬਣਦੀ। ਉਹ ਜਿਹੜਾ ਰਾਜ ਭਾਗ, ਉਹ ਸਿਸਟਮ ਫਿਰ ਸਹੀ ਨਹੀਂ ਚੱਲਦਾ। ਇਸ ਕਰਕੇ ਜੋ ਅੱਜ ਦੀ ਵਿਚਾਰ, ਅੱਜ ਦਾ ਹੁਕਮਨਾਮਾ ਸਾਹਿਬ ਹੈ, ਪਹਿਲਾਂ ਪਹਿਲੀ ਵਿਚਾਰ ਕਰੀਏ। ਉਸ ਤੋਂ ਬਾਅਦ ਜੋ ਆਪਣਾ ਕਈ ਦਿਨਾਂ ਤੋਂ ਚੱਲ ਰਿਹਾ ਗੁਰੂ ਅੰਗਦ ਦੇਵ ਜੀ ਦੀ ਵਿਚਾਰ, ਵੀ ਗੁਰੂ ਸਾਹਿਬ ਉਹ ਕਿਵੇਂ ਬਣੇ, ਕਿਵੇਂ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਮੰਨਿਆ, ਜੀਵਨ ਦੇ ਵਿੱਚ ਉਹ ਉਹਨਾਂ ਹੋਏ ਦਸੇ ਮਾਰਗ 'ਤੇ ਚੱਲੇ, ਉਹ ਜੀਵਨ ਦੇ ਵਿੱਚ ਢਾਲਿਆ। ਨਹੀਂ ਤਾਂ ਸਾਡੀ ਜਿਉਂਦੇ ਪ੍ਰੇਤਾਂ ਵਰਗੀ ਜੀਵਨ ਹੈ, ਕਿਉਂਕਿ ਮੰਨਣਾ ਹੈ ਨਹੀਂ। ਇਸ ਕਰਕੇ ਫਿਰ ਵਿਵਹਾਰ ਵੀ ਆਪਾਂ, ਬਚਨ ਵੀ ਆਪਾਂ ਇਹੋ ਜਿਹੇ ਬੋਲਦੇ ਹਾਂ, ਜੋ ਅਗਲੇ ਬਚਨ ਸੁਣਦੇ ਹਨ, ਕਹੇ ਹੋਏ ਬੋਲ ਮਨ ਤੜਫਾ ਕੇ ਰੱਖ ਦਿੰਦੇ ਹਨ। ਵਿਖਾਵਾ ਬਹੁਤ ਹੈ, ਤੇ ਮਨ ਦੇ ਵਿੱਚ ਰੱਤੀ ਭਰ ਵੀ ਦਇਆ ਨਹੀਂ, ਰੱਤੀ ਭਰ ਵੀ। 787 ਅੰਗ ਤੇ ਅੱਜ ਦੀ ਵਿਚਾਰ। ਸ਼ਲੋਕ ਮਹਲਾ ਦੂਜਾ। ਜਿਨੀ ਚੱਲਣ ਜਾਣਿਆ ਸੇ ਕੋ ਕਰੇ ਵਿਚਾਰ, ਚੱਲਣ ਸਾਰ ਨਾ ਜਾਣੀ ਕਾਰਜ ਸਵਾਰਨ ਹਾਰ। ਉਹ ਮਨੁੱਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ, ਭਾਵ ਮਨ ਨੂੰ ਜਗਤ ਦੇ ਧੰਦਿਆਂ ਵਿੱਚ ਨਹੀਂ ਖਿਲਾਰ ਦਿੰਦੇ। ਜਿਨ੍ਹਾਂ ਇਹ ਸਮਝ ਲਿਆ, ਜਿਨ੍ਹਾਂ ਨੂੰ ਇਹ ਸਮਝ ਪੈ ਗਈ, ਜਿਨ੍ਹਾਂ ਨੇ ਗਿਆਨ ਲੈ ਲਿਆ ਵੀ ਇੱਥੋਂ ਚੱਲ ਕੇ ਜਾਣਾ, ਪਰ ਨਿਰੇ ਦੁਨੀਆ ਦੇ ਕੰਮ ਨਜਿੱਠਣ ਵਾਲੇ ਬੰਦੇ ਇੱਥੇ ਆਖਰ ਤੱਕ ਤੁਰ ਜਾਣ ਦਾ ਖਿਆਲ ਵੀ ਨਹੀਂ ਕਰਦੇ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਹ ਦੇਸ਼ ਪਰਾਇਆ ਹੈ, ਮਨਾ ਆਪਣਾ ਬਣਾ ਕੇ ਬਹਿ ਗਿਆ। ਦੇਸ਼ ਪਰਾਇਆ, ਇਹ ਦੇਸ਼ ਤੋਂ ਇੱਕ ਦਿਨ ਜਾਣਾ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਫਿਰ ਮਹੱਲਾ ਦੂਜਾ। ਰਾਤ ਕਾਰਨ ਤਨ ਸੰਚੀਐ, ਭਲਕੈ ਚੱਲਣ ਹੋਏ, ਨਾਨਕ ਨਾਲ ਨਾ ਚੱਲੈ ਫਿਰ ਪਛਤਾਵਾ ਹੋਏ। ਜੇ ਸਿਰਫ ਰਾਤ ਦੀ ਖਾਤਰ ਧਨ ਇਕੱਠਾ ਕਰੀਏ ਤੇ ਸਵੇਰੇ ਉੱਠ ਕੇ ਉੱਥੇ ਤੁਰ ਪੈਣਾ ਹੋਵੇ, ਤੁਰਨ ਲੱਗਿਆਂ ਉਹ ਧਨ ਨਾਲ ਜਾ ਸਕੇ ਤਾਂ ਹੱਥ ਮਲਣੇ ਪੈਂਦੇ ਹਨ। ਮਹੱਲਾ ਦੂਜਾ। ਬੜੇ ਸ਼ਬਦ ਕਮਾਲ ਦੇ ਬਚਨ ਕਹੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਬੱਧਾ ਚੱਟੀ ਜੋ ਪਰੈ, ਨਾ ਗੁਣ ਨਾ ਉਪਕਾਰ। ਜਿਹੜੇ ਇਹ ਸ਼ਬਦ ਨੇ ਬੜੇ
ਜੀਵਨ ਦੇ ਵਿੱਚ ਸਹੀ ਰਸਤਾ ਵਿਖਾਉਣ ਵਾਲੇ। ਵੈਸੇ ਸਾਰੀ ਗੁਰਬਾਣੀ ਧੁਰ ਕੀ ਬਾਣੀ ਜੀਵਨ ਪ੍ਰਤੀ ਚਾਨਣ ਮੁਨਾਰਾ ਹੈ। ਹਿਰਦੇ ਦੇ ਵਿੱਚ ਵਸਾ ਲਿਆ। ਬੱਦੀ ਚੱਟੀ ਜੋ ਪਰੈ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰਿਆ, ਨਾਨਕ ਕਾਰਜ ਸਾਰ। ਆਪਣੇ ਆਪ ਨੂੰ ਲਾਭ ਉਪਕਾਰ, ਕਿਸੇ ਹੋਰ ਨੂੰ ਲਾਭ, ਛੇਤੀ ਖੁਸ਼ੀ ਨਾਲ ਸਾਰ ਚੰਗਾ। ਜੇ ਮਨੁੱਖ ਕੋਈ ਕੰਮ ਵੱਧਾ ਰੁੱਧਾ ਕਰੇ, ਉਸ ਦਾ ਲਾਭ ਨਾ ਆਪਣੇ ਆਪ ਨੂੰ ਤੇ ਨਾ ਕਿਸੇ ਨੂੰ ਹੋਰ ਨੂੰ, ਉਹੀ ਕੰਮ ਸਿਰੇ ਚੜ੍ਹਿਆ ਜਾਣੋ ਤੇ ਖੁਸ਼ੀ ਨਾਲ ਕੀਤਾ ਜਾਏ। ਕੰਮ ਜਿੰਨੇ ਵੀ ਕੰਮ ਨੇ ਆਪਦੇ ਹਿਸਾਬ ਨਾਲ ਇਨਸਾਨ ਕਰਦਾ ਹੈ। ਕੰਮ ਸਾਧ ਸੰਗਤ ਜੀ, ਕੰਮ ਆਪਣਾ ਫਰਜ਼ ਹੈ, ਕਿਰਤ ਕਰਨੀ ਫਰਜ਼ ਹੈ। ਕੰਮ ਕਾਜ ਜਿਹੜੇ ਹਨ ਆਪਾਂ ਕਰਦੇ ਹਾਂ। ਬੱਧਾ ਚੱਟੀ ਜੋ ਕਰੇ, ਨਾ ਗੁਣ ਨਾ ਉਪਕਾਰ, ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੇ ਖੁਸ਼ੀ ਨਾਲ ਕੀਤਾ ਜਾਏ। ਕਹਿਣ ਤੋਂ ਭਾਵ ਕਿਉਂਕਿ ਕੰਮ ਉਹ ਕਰਮ ਹੈ ਆਪਣਾ, ਰੋ ਕੇ ਕਰ ਲਓ, ਤੜਫ ਕੇ ਕਰ ਲਓ, ਚਾਹੇ ਭਾਈ ਖੁਸ਼ੀ ਦੇ ਨਾਲ ਕਰ ਲਓ। ਖੁਸ਼ੀ ਦੇ ਨਾਲ ਕੀਤਾ, ਕਿਉਂਕਿ ਕੰਮ ਤਾਂ ਕਰਮ ਹੈ। ਘਰੇ ਵੀ ਕਰਨਾ ਪਵੇਗਾ, ਸਹੁਰੇ ਵੀ ਕਰਨਾ ਪਵੇਗਾ ਜਾ ਕੇ। ਉਹ ਖੁਸ਼ੀ ਦੇ ਨਾਲ ਕਰ ਲਓ ਭਾਈ, ਚਾਹੇ ਰੌਲੇ ਦੇ ਨਾਲ ਕਰ ਲਓ। ਜੇ ਮਨੁੱਖ, ਫਿਰ ਪਾਤਸ਼ਾਹ ਜੀ ਕਹਿੰਦੇ ਮਹੱਲਾ ਦੂਜਾ, ਮਨ ਹਟ ਤਰਫ ਨ ਜਿਪਾਈ, ਜੇ ਬਹੁਤਾ ਘਾਲੇ ਤਰਫ ਜਨੈ ਸਭ ਭਾਉ ਤੇ, ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ। ਹੱਠ ਜਿੱਤਿਆ ਜਾਂਦਾ ਹੈ ਹੱਠ ਦੇ ਨਾਲ। ਜਿੰਨਾ ਚਿਰ ਆਪਾਂ ਇਹ ਕਹਿ ਲਓ ਵੀ ਜਿੱਦ ਨਾ ਕਰੀਏ, ਜਿੱਦ ਚੰਗੇ ਕੰਮਾਂ ਦੀ ਜਿੱਦ, ਵੀ ਇਹ ਨਾ ਹੋਵੇ ਵੀ ਮੈਨੂੰ ਆਪਣੇ ਕੰਮ ਕਾਜ ਤੋਂ ਬਾਹਰ, ਵੀ ਬੱਚਾ ਕਹੇ ਵੀ ਘੱਟ ਤੋਂ ਘੱਟ ਆਪਣੀ ਪੂੰਜੀ ਤੋਂ ਬਾਹਰ, ਮੰਨ ਲਓ ਮੋਬਾਈਲ ਲੈਣ ਚਲੇ ਜਾਓ, ਉੱਥੇ ਆਪਾਂ ਜਿੱਦ ਕਰ ਲਈ ਵੀ ਅੱਜ ਤੇ ਉਹ ਰੋਟੀ ਛੱਡਤੀ। ਮਾਤਾ ਪਿਤਾ ਕੁਛ ਕਰਨ, ਕੋਈ ਵੀ ਯਤਨ ਕਰਨ, ਕਿਉਂਕਿ ਰੋਟੀ ਛੱਡਤੀ ਵੀ ਮੈਂ ਨਹੀਂ ਭਾਈ ਰੋਟੀ ਖਾਂਦਾ ਜਿੰਨਾ ਚਿਰ ਮੈਨੂੰ ਮੋਬਾਈਲ ਨਹੀਂ ਲੈ ਕੇ ਦਿੰਦੇ। ਦੂਜੇ ਤੇ ਤੀਜੇ ਦਿਨ ਮੋਬਾਈਲ ਆ ਜਾਣਾ ਹੈ। ਇਹ ਤਾਂ ਹੈਗੀ ਜਿੱਦ ਮਾੜੀ। ਜਦੋਂ ਕੰਮ ਦੇ ਪ੍ਰਤੀ ਆਪਾਂ ਜਿੱਦ ਕਰੀਏ ਵੀ ਇਹ ਮੰਜ਼ਿਲ 'ਤੇ ਪਹੁੰਚਣਾ, ਇਹ ਹਾਸਲ ਕਰਨਾ ਹੈ। ਕਿਸੇ ਨੂੰ ਦੁਖੀ ਕਰਕੇ ਸੁੱਖ ਨਹੀਂ ਮਾਣਦਾ, ਕਿਸੇ ਨੂੰ ਦੁੱਖ ਦੇ ਕੇ ਆਪਾਂ ਥੋੜ੍ਹਾ ਸੁੱਖ ਮਾਣ ਲਾਂਗੇ। ਨਹੀਂ ਭਾਈ, ਭਾਵੇਂ ਕਿਤਨੀ ਹੀ ਮਿਹਨਤ ਮਨੁੱਖ ਕਰੇ, ਰੱਬ ਵਾਲਾ ਪਾਸਾ ਮਨ ਦੇ ਹੱਠ ਨਾਲ ਨਹੀਂ ਜਿੱਤਿਆ ਜਾ ਸਕਦਾ। ਉਹ ਮਨੁੱਖ ਇਹ ਪਾਸਾ ਜਿੱਤਦਾ ਹੈ ਜੋ ਸਭ ਭਾਵਨਾ ਵਰਤਦਾ ਹੈ ਅਤੇ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਕਰਤੇ ਕਾਰਨ ਜਿਨ ਕੀਆ ਸੋ ਜਾਣੈ ਸੋਈ, ਆਪੇ ਸ੍ਰਿਸ਼ਟ ਉਪਾਇਨ ਆਪੇ ਫੁਨ ਗੋਈ। ਜੁਗ ਚਾਰੇ ਸਭ ਭਵ ਥਕੀ ਕਨ ਕੀਮਤ ਹੋਈ, ਸਤਿਗੁਰ ਏਕ ਬਖਾਲਿਆ ਮਨ ਤਨ ਸੁਖ ਹੋਈ। ਗੁਰਮੁਖ ਸਦਾ ਸਲਾਹੀਐ, ਕਰਤਾ ਕਰੇ ਸੋ ਹੋਈ। ਕਹਿੰਦੇ ਸਾਰਾ ਕੁਛ ਇੱਥੇ ਹੈ। ਜਿਵੇਂ ਸੁਭਾਅ ਬਣ ਗਿਆ ਆਪਣਾ, ਫਿਰ ਬੱਚਿਆਂ ਦਾ ਵੀ ਉਹੀ, ਜਿਹੇ ਜੇ ਮਾਏ ਉਹੇ ਜੇ ਜਾਏ। ਆਮ ਬਜ਼ੁਰਗ ਸੁਣਦੇ ਹਾਂ, ਅੱਜ ਖੁਸ਼ ਨਾ ਹੋ, ਮਜਬੂਰੀ ਮਾਤਾ ਪਿਤਾ ਦਾ ਮਜਬੂਰੀ ਦਾ ਫਾਇਦਾ ਉਠਾ ਲਿਆ, ਫਿਰ ਜਦ ਤੇਰੀ ਔਲਾਦ ਹੋਈ ਇਹੀ ਰਾਹ ਲੰਘਣਾ ਪਵੇਗਾ, ਬਿਧ ਕੋਈ ਮਰਜ਼ੀ ਬਣ ਜਾਏ। ਕਾਰਨ ਜਗਤ ਹੈ ਗੋਈ ਨਾਸ ਕੀਤੀ ਫੁਨ, ਜੁਗ ਚਾਰੇ ਚੌ ਜੁਗਾਂ ਵਿੱਚ ਭਾਵ ਭਿਉਂ ਕੇ ਕਿਸ ਪਾਸੋਂ। ਕਹਿੰਦੇ ਜਿਸ ਕਰਤਾਰ ਨੇ ਨਾ ਇਹ ਜਗਤ ਬਣਾਇਆ, ਇਸ ਲਈ ਸੰਭਾਲ ਕਰਨੀ ਹੈ, ਉਹ ਆਪ ਹੀ ਜਾਣਦਾ। ਉਸਨੇ ਆਪ ਸ੍ਰਿਸ਼ਟੀ ਪੈਦਾ ਕੀਤੀ, ਆਪ ਹੀ ਮੁੜ ਨਾਸ ਕਰਦਾ ਹੈ। ਜਦੋਂ ਤੋਂ ਜਗਤ ਬਣਿਆ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਧਿਆਨ ਮਾਰ ਕੇ ਵੇਖਿਆ, ਕਿਸੇ ਜੀਵ ਪਾਸੋਂ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪੈ ਸਕਿਆ। ਜਿਸ ਮਨੁੱਖ ਨੂੰ ਗੁਰੂ ਨੇ ਉਹ ਇੱਕ ਪ੍ਰਭੂ ਵਿਖਾ ਦਿੱਤਾ,
ਉਸਨੇ ਮਨ ਵਿੱਚ, ਉਸਦੇ ਤਨ ਵਿੱਚ ਸੁੱਖ ਹੁੰਦਾ ਹੈ। ਜੋ ਕਰਤਾਰ ਸਭ ਕੁਝ ਕਰਨ ਦੇ ਆਪ ਸਮਰੱਥ ਹੈ, ਉਸਦੇ ਗੁਰੂ ਦੀ ਰਾਹੀਂ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਇਹ ਵਿਚਾਰ ਸੀ। ਹੁਣ ਆਪ ਸੰਗਤ ਜੋ ਵਿਚਾਰ ਚੱਲ ਰਹੀ ਹੈ, ਸਾਖੀ ਪ੍ਰਮਾਣ। ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਜੋ ਆਪਾਂ ਸ਼ਬਦ ਪੜ੍ਹੇ ਸੀ ਨਾ, ਹੁਕਮ ਮੰਨਿਆ ਹੋਵੈ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ। ਉਹ ਮਾਤਾ ਪਿਤਾ ਦੀ ਕੀ, ਗੁਰੂ ਦੀ ਕੀ ਖੁਸ਼ੀ ਨਹੀਂ ਲੈ ਸਕਦਾ ਜਿਹਨੇ ਆਪੋ ਧਾਪ ਚੱਲਿਆ ਹੋਵੇ। ਜੇ ਰਾਏ ਦੇ ਨਾਲ ਚੱਲੀਏ ਸਿਸਟਮ ਠੀਕ ਰਹਿੰਦਾ ਹੈ। ਇੱਕ ਵਾਰ ਸਿਆਲ ਦੀ ਰੁੱਤ ਬੜੀ ਸੀ, ਬੜਾ ਕੱਕਰ ਪੈ ਰਿਹਾ ਸੀ। ਕੱਕਰ ਐਂ ਕਹਿ ਲਓ ਵੀ ਹੱਥ ਮਾਰਿਆ ਨਹੀਂ ਦਿਖਦਾ ਸੀ। ਜਦ ਅੱਧੀ ਕੁ ਰਾਤ ਹੋ ਗਈ ਨਾ, ਤਾਂ ਗੁਰੂ ਜੀ ਨੇ ਜਿੱਥੇ ਨਿਵਾਸ ਰੱਖਦੇ ਸਨ, ਡੇਰੇ ਦੀ ਇੱਕ ਕੰਧ ਕੁਝ ਹਿੱਸਾ ਡਿੱਗ ਗਈ। ਕਿਉਂਕਿ ਜਿਵੇਂ ਹੁਣ ਆਪਣੇ ਬਾਰਿਸ਼ ਪੈ ਕੇ ਹਟੀ ਹੈ, ਬੇਮੌਸਮੀ ਬਾਰਿਸ਼, ਉਹ ਤਾਂ ਪ੍ਰਮਾਤਮਾ ਦੇ ਹੱਥ ਹੈ ਸਾਰਾ ਕੁਛ। ਕਿਹਦਾ ਵਿਗਾੜਨਾ, ਕਿਹਦਾ ਸਵਾਰਨਾ, ਪ੍ਰਮਾਤਮਾ ਸਭ ਇੱਕ ਅੱਖ ਨਾਲ ਵੇਖਦੇ ਤਾਂ ਆਪਾਂ ਹੀ ਹਾਂ। ਵੱਖੋ ਵੱਖਰੀਆਂ ਅੱਖਾਂ ਦੇ ਨਾਲ ਵੇਖਦੇ ਹਾਂ। ਤਾਂ ਤੇ ਜਦੋਂ ਐਸੇ ਤਰ੍ਹਾਂ 3-4 ਦਿਨ ਝੜੀ ਲੱਗ ਗਈ, ਮੀਂਹ ਪੈਂਦਾ ਰਿਹਾ, ਕੰਧ ਡਿੱਗ ਪਈ ਡੇਰੇ ਦੀ। ਗੱਲ ਹੈਗੀ ਹੈ ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਗੁਰੂ ਜੀ ਕਹਿਣ ਲੱਗੇ ਕੰਧ ਦੀ ਹੁਣੇ ਹੀ ਉਸਾਰੀ ਕਰੋ, ਠੀਕ ਕਰਵਾਓ। ਸਾਹਿਬਜ਼ਾਦੇ ਕਹਿਣ ਲੱਗੇ ਅੱਧੀ ਰਾਤ ਦਾ ਵੇਲਾ ਹੈ, ਕਿੰਤੂ ਪਰੰਤੂ ਕਰਨਾ। ਐ ਨਹੀਂ ਵੀ ਬਚਨ ਮੰਨਣਾ, ਚਾਹੇ ਅੱਧੀ ਰਾਤ ਹੈ, ਚਾਹੇ ਗੱਲ ਮੰਨਣ ਦੀ ਹੈ ਭਾਈ। ਸਾਹਿਬਜ਼ਾਦੇ ਕਹਿਣ ਲੱਗੇ ਅੱਧੀ ਰਾਤ ਦਾ ਵੇਲਾ ਹੈ, ਹੱਥ ਪੈਰ ਸੁੰਨ ਹੁੰਦੇ ਪਏ ਨੇ, ਦਿਨ ਚੜ੍ਹੇਗਾ। ਰਾਜ ਜੋ ਰਾਜਗਿਰੀ ਦਾ ਕੰਮ ਕਰਦਾ ਹੈ, ਉਹਨੂੰ ਬੁਲਾ ਕੇ ਆਪਾਂ ਸਵੇਰੇ ਠੀਕ ਕਰਵਾ ਲਾਂਗੇ, ਨਾਲੇ ਮਜ਼ਦੂਰ ਬੁਲਾ ਲਾਂਗੇ, ਕੰਧ ਠੀਕ ਕਰਵਾ ਲਾਂਗੇ। ਗੁਰੂ ਜੀ ਕਹਿੰਦੇ ਹਨ ਮਜ਼ਦੂਰਾਂ ਦੀ ਲੋੜ ਨਹੀਂ। ਸੁਣਿਓ, ਗੁਰੂ ਦਾ ਕੰਮ ਗੁਰੂ ਦੇ ਸਿੱਖ ਹੀ ਕਰਨਾ ਚਾਹੀਦਾ ਹੈ, ਪਰ ਕਿਸੇ ਦਾ ਵੀ ਹੀਆ ਨਾ ਪਵੇ, ਕਿਸੇ ਦਾ ਹੌਸਲਾ ਨਾ ਹੋਵੇ ਕਿ ਉੱਠ ਕੇ ਇਹ ਕੰਮ ਆਰੰਭੇ, ਇਹ ਕਾਰਜ ਕਰੇ। ਜਦੋਂ ਹੋਰ ਕੋਈ ਨਾ ਉੱਠਿਆ ਤਾਂ ਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਇਸ਼ਾਰਾ ਕੀਤਾ, ਉਹਨੇ ਝੱਟ ਉੱਠਿਆ ਤੇ ਜਾ ਕੇ ਕੰਧ ਬਣਾਉਣ ਲੱਗ ਪਿਆ। ਉੱਪਰੋਂ ਮੀਂਹ ਪੈ ਰਿਹਾ ਹੈ, ਨਾਲ ਨਾਲ ਮੀਂਹ ਪਈ ਜਾਵੇ, ਬਾਰਿਸ਼ ਹੋਈ ਜਾਵੇ, ਵਰਨ ਲੱਗ ਪਿਆ ਮੀਂਹ। ਇੰਦਰ ਦੇਵਤਾ ਕਹਿੰਦੇ ਖੁਸ਼ ਹੋ ਗਿਆ। ਇੱਧਰੋਂ ਕੰਧ ਡਿੱਗੀ ਪਈ ਹੈ। ਹੁਣ ਸਾਧ ਸੰਗਤ ਜੀ ਉਹ ਝੱਟ ਉੱਠ ਕੇ ਕੰਧ ਬਣਾਉਣ ਲੱਗ ਪਿਆ। ਉੱਪਰੋਂ ਮੀਂਹ ਪਿਆ ਰਿਹਾ, ਮੀਂਹ ਪਈ ਜਾਵੇ, ਕੰਧ ਬਣਾਵੇ, ਕੰਧ ਬਣਾਉਂਦੇ ਨਾਲ ਪਿੱਛੇ ਕੰਧ ਡਿੱਗੀ ਜਾਵੇ। ਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਆਖਿਆ ਤੁਸੀਂ ਬੇਸਮਝ ਹੋ। ਆਮ ਹੀ ਕਹਿ ਦਿੰਦੇ ਆਪਾਂ ਬਜ਼ੁਰਗਾਂ ਨੂੰ, ਇਹ ਚੱਲ ਰਿਹਾ ਵੀ ਬਾਪੂ ਹੁਣ ਤੈਨੂੰ ਕੀ ਪਤਾ ਹੈ, ਸਾਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਹੈ ਵੀ ਤੈਂ ਤਾਂ ਐਵੇਂ ਜ਼ਿੰਦਗੀ ਲੰਘਾ ਲਈ, ਬਸ ਵੀ ਤੂੰ ਹੁਣ ਚੁੱਪ ਕਰਿਆ ਕਰ। ਬਸ ਚੁੱਪ ਕਰਕੇ 2 ਪ੍ਰਸ਼ਾਦੇ ਮਿਲਦੇ ਨੇ, ਛਕ ਕੇ ਰਾਮ ਰਾਮ ਕਰਿਆ ਕਰ। ਜਦੋਂ ਕਿਤੇ ਆਉਣਾ ਤੇ ਜਾਣਾ ਫਿਰ ਪਤਾ ਲੱਗਦਾ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਫਿਰ ਲਹਿਣਾ ਜੀ ਨੇ ਹੱਥ ਜੋੜ ਕੇ ਕਿਹਾ ਸੇਵਕ ਦਾ ਕੰਮ ਹੈ ਹੁਕਮ ਮੰਨ ਕੇ ਕਰੀ ਜਾਣਾ। ਸੇਵਕ ਦਾ ਕੰਮ ਹੈ ਬਚਨ ਕਰੇ ਸੋ ਖਿਸਕ ਜਾਏ, ਸੋਈ ਨਰ ਕੱਚਾ। ਜੇ ਵਾਅਦਾ ਕਰ ਲੈ, ਬਚਨ ਕਰ ਲਿਆ, ਤਾਂ ਫਿਰ ਉਹ ਕਹੇ ਹੋਏ ਸ਼ਬਦਾਂ ਦਾ ਆਪਾਂ ਮੋੜ ਨਹੀਂ ਦੇ ਸਕਦੇ। ਸਤ ਬਚਨ ਦੇ ਅਧਿਕਾਰੀ। ਤਾਂ ਇੱਕ ਵਾਰੀ ਅੱਧੀ ਕੁ ਰਾਤ ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਆਖਿਆ ਸਾਡੇ ਵਸਤਰ ਮੈਲੇ ਨੇ, ਇਹਨਾਂ ਨੂੰ ਧੋ ਲਿਆਓ। ਅੱਗੋਂ ਉਹਨਾਂ ਨੇ ਕਿਹਾ ਜੇ ਅੱਧੀ ਰਾਤ ਹੋ ਚੁੱਕੀ ਹੈ, ਉੱਪਰੋਂ ਬਾਹਰ ਘੁੱਪ ਹਨੇਰਾ ਹੈ, ਕਿਉਂਕਿ ਬਹਾਨੇ ਬੜੇ ਤਰ੍ਹਾਂ ਤਰ੍ਹਾਂ ਦੇ ਬਹਾਨੇ। ਦਿਨ ਚੜ੍ਹ ਲੈਣ ਦਿਓ, ਧੋਬੀ ਨੂੰ ਮਿਲਾਵਾਂਗੇ ਅਤੇ ਵਸਤਰ ਧਵਾ ਦਾਂਗੇ। ਫਿਰ ਗੁਰੂ ਜੀ ਨੇ ਲਹਿਣਾ ਜੀ ਨੂੰ ਆਖਿਆ। ਉਹ ਸਤਨਾਮ ਕਹਿ ਕੇ ਉੱਠਿਆ ਅਤੇ ਕੱਪੜੇ ਰਾਵੀ ਦੇ ਕੰਢੇ 'ਤੇ ਜਾ ਕੇ ਉੱਥੇ ਰਾਵੀ ਦੇ ਵਿੱਚ
ਧੋ ਲਿਆਂਦੇ, ਜਿਵੇਂ ਦਿਨ ਰਾਤ ਦਿਨੇ ਹੀ ਧੋਤੇ ਹੁਣ, ਐਵੇਂ ਬਿਲਕੁਲ ਸਾਫ ਸੁਥਰੇ ਹੋ ਗਏ। ਸੋ ਗੁਰੂ ਦੇ ਹੁਕਮ ਨੂੰ ਮੰਨਣ ਵਾਲਾ ਹੀ ਗੁਰੂ ਦੇ ਦਰ 'ਤੇ ਪ੍ਰਵਾਨ ਹੁੰਦਾ ਹੈ। ਹੁਕਮ ਬੂਝੈ ਸੋਈ ਪ੍ਰਵਾਨ। ਕਹਿੰਦੇ ਇੱਕ ਵਾਰ ਬਹੁਤ ਸੰਗਤ ਹਾਜ਼ਰ ਦੀ ਗਿਣਤੀ ਦੇ ਵਿੱਚ ਆ ਗਈ। ਰਾਤ ਨੂੰ ਮੀਂਹ ਵਰਨ ਲੱਗ ਪਿਆ, ਮੀਂਹ ਪੈਣ ਲੱਗ ਗਿਆ, ਬਾਰਿਸ਼ ਹੋਣ ਲੱਗ ਗਈ, ਤਨਹਾਈਆਂ ਚੱਲਦੀਆਂ ਨੇ। ਦਿਨੇ ਵੀ ਸਾਰਾ ਦਿਨ ਵਰਦਾ ਰਿਹਾ, ਇਸ ਕਾਰਨ ਲੰਗਰ ਤਿਆਰ ਨਾ ਹੋ ਸਕਿਆ। ਸੰਗਤ ਨੂੰ ਭੁੱਖ ਨਾਲ ਦੁਖੀ ਵੇਖ ਕੇ ਸਤਿਗੁਰੂ ਜੀ ਨੇ ਸ਼੍ਰੀ ਚੰਦ ਨੂੰ ਆਖਿਆ, ਕਿ ਜੋ ਆਗਿਆ ਕੀਤੀ ਕਿ ਜੋ ਆ ਕਿੱਕਰ ਦਾ ਹੈ ਨਾ ਦਰਖਤ, ਇਹ ਬ੍ਰਿਕਸ਼ ਨੂੰ ਕਿੱਕਰ 'ਤੇ ਚੜ੍ਹ ਕੇ ਉਹਨੂੰ ਚੰਗੀ ਤਰ੍ਹਾਂ ਹਿਲਾਉਣ ਦੇ ਨਾਲ ਉਹਦੇ ਅਨੇਕ ਪ੍ਰਕਾਰ ਦੇ ਭੋਜਨ ਡਿੱਗਣਗੇ। ਹੁਣ ਕਿੰਤੂ ਪਰੰਤੂ ਕਰਨਾ, ਬਚਨ ਨਾ ਮੰਨਾ ਉਹਦੀ ਸੰਗਤ ਛਕ ਕੇ ਆਪਣੀ ਭੁੱਖ ਦੂਰ ਕਰੇਗੀ। ਸ਼੍ਰੀ ਚੰਦ ਜੀ ਨੇ ਕਿਹਾ, ਪਿਤਾ ਜੀ ਬ੍ਰਿਸ਼ ਨਾਲ ਭੋਜਨ ਵੀ ਲੱਗੇ ਹੋਏ ਦੇਖੇ ਨੇ ਕਦੇ? ਜੇ ਮੈਂ ਤੁਹਾਡੇ ਆਖੇ ਇਉਂ ਕਰਾਂਗਾ ਤਾਂ ਲੋਕਾਂ ਤੋਂ ਸ਼ਰਮਿੰਦਾ ਹੋਣਾ ਪਵੇਗਾ। ਫਿਰ ਗੁਰੂ ਜੀ ਨੇ ਛੋਟੇ ਪੁੱਤਰ ਨੂੰ ਆਖਿਆ, ਜਾ ਭਾਈ ਛੇਤੀ ਕਿੱਕਰ ਉੱਤੇ ਚੜ੍ਹ ਕੇ ਲੋਕਾਂ ਵਾਸਤੇ ਭੋਜਨ ਡੇਗੋ। ਪਰ ਉਸਨੇ ਵੀ ਕਿਹਾ, ਪਿਤਾ ਜੀ ਇਹ ਅਣਹੋਣੀ ਜੀ ਗੱਲ ਲੱਗਦੀ ਹੈ, ਵੀ ਠੀਕ ਨਹੀਂ ਹੈ। ਫਿਰ ਗੁਰੂ ਜੀ ਨੇ ਲਹਿਣਾ ਜੀ ਨੂੰ ਆਖ ਕੇ ਵੇਖਿਆ ਕਿ ਤੁਸੀਂ ਉੱਠੋ, ਕਾਰਜ ਛੇਤੀ ਕਰੋ। ਸੰਗਤ ਭੁੱਖ ਦੇ ਨਾਲ ਭੁੱਖ ਲੱਗੀ ਪਈ ਹੈ। ਸੰਗਤ ਨੂੰ ਬੁਲਾ ਲਿਆ ਅਤੇ ਜਦੋਂ ਕਿੱਕਰ 'ਤੇ ਚੜ੍ਹ ਕੇ ਉਸ ਨੂੰ ਬਹੁਤ ਜ਼ੋਰ ਨਾਲ ਹਿਲਾਇਆ, ਭਰੋਸਾ ਅਤੇ ਵਿਸ਼ਵਾਸ, ਸ਼ਰਧਾ ਭਾਵਨਾ, ਉਸ ਤੋਂ ਅਨੇਕਾਂ ਤਰ੍ਹਾਂ ਪ੍ਰਕਾਰ ਦੇ ਪਦਾਰਥ ਡਿੱਗੇ, ਜਿਸ ਨੂੰ ਛਕ ਕੇ ਸੰਗਤ ਤ੍ਰਿਪਤ ਹੋ ਗਈ। ਭੁੱਖ, ਉਹ ਪਿਆਸ ਅਤੇ ਭੁੱਖ ਤ੍ਰਿਪਤ ਹੋ ਗਏ। ਹੁਣ ਸਤਿਗੁਰੂ ਜੀ ਨੇ ਸ਼੍ਰੀ ਲਹਿਣਾ ਜੀ 'ਤੇ ਹੋਰ ਵੀ ਕਿਰਪਾ ਦ੍ਰਿਸ਼ਟੀ ਰੱਖਣ ਲੱਗ ਪਏ। ਫਿਰ ਸਾਰਿਆਂ ਨੇ ਅਨੁਮਾਨ ਲਗਾ ਲਿਆ ਕਿ ਗੁਰੂ ਫਿਰ ਨਾ ਆਟੋਮੈਟਿਕ ਉਹ ਮਨ ਦੇ ਵਿੱਚ ਹਰੇਕ ਦੇ ਗੱਲ ਧੱਸ ਗਈ ਵੀ ਜਿਹੜੀ ਗੁਰਤਾ ਗੱਦੀ ਹੈ ਨਾ, ਜਿਹੜੀ ਸਾਰੀ ਪੂੰਜੀ ਹੈ, ਇਹ ਕਿਤੇ ਲਹਿਣੇ ਦੇ ਨਾਮ ਨਾ ਲਵਾ ਦੇਣ, ਗੱਦੀ ਕਿਤੇ ਇਹਨਾਂ ਨੂੰ ਨਾ ਬਖਸ਼ ਦੇਣ। ਜਦ ਇਸ ਤਰ੍ਹਾਂ ਦੀਆਂ ਗੱਲਾਂ ਮਾਤਾ ਸੁਲੱਖਣੀ ਜੀ ਨੇ ਨਾ ਸੁਣਿਆ ਤਾਂ ਉਹ ਚਿਤਵਨ ਹੋ ਕੇ ਇੱਕ ਦਿਨ ਧਰਮਸ਼ਾਲਾ ਵਿੱਚ ਗੁਰੂ ਜੀ ਪਾਸ ਆਏ। ਉਸ ਵਕਤ ਸ਼੍ਰੀ ਚੰਦ ਜੀ, ਲਖਮੀ ਚੰਦ ਵੀ ਆਪ ਜੀ ਦੇ ਪਾਸ ਬੈਠੇ ਸਨ। ਮਾਤਾ ਜੀ, ਲਖਮੀ ਚੰਦ ਤੇ ਸ਼੍ਰੀ ਚੰਦ ਜੀ ਬੈਠੇ ਸਨ। ਹੋਰ ਵੀ ਕੁਝ ਸਿੱਖ ਆਪ ਜੀ ਪਾਸ ਉੱਥੇ ਬੈਠੇ। ਮਾਤਾ ਸੁਲੱਖਣੀ ਜੀ ਨੇ ਆਪ ਜੀ ਦੇ ਪਾਸ ਬੈਠ ਕੇ ਆਖਿਆ ਕਿ ਮੈਂ ਸੁਣਿਆ ਹੈ ਲਹਿਣੇ ਜੀ ਨੂੰ ਗੁਰਗੱਦੀ ਦੇਣੀ ਚਾਹੁੰਦੇ ਹੋ। ਜੇ ਇਹ ਗੱਲ ਸੱਚ ਹੈ ਤਾਂ ਆਪਣੇ ਯੋਗ ਪੁੱਤਰਾਂ ਨੂੰ ਛੱਡ ਕੇ ਸੇਵਾਦਾਰਾਂ ਨੂੰ ਗੁਰਗੱਦੀ ਦੇਣੀ ਉਚਿਤ ਨਹੀਂ ਹੈ। ਹੁਣ ਸ਼੍ਰੀ ਮਾਤਾ ਸੁਲੱਖਣੀ ਜੀ ਦੇ ਐਸੇ ਵਚਨ ਸੁਣ ਕੇ ਸਤਿਗੁਰੂ ਜੀ ਚੁੱਪ ਕਰ ਗਏ। ਐਨੇ ਨੂੰ ਇੱਕ ਨਾ ਬਿੱਲੀ ਆਈ। ਅੱਧਾ ਕੁ ਖਾਧਾ ਹੋਇਆ ਚੂਹਾ ਮੂੰਹ ਵਿੱਚ ਲੈ ਕੇ ਜਦ ਉੱਥੇ ਲੰਘਣ ਲੱਗੀ ਤਾਂ ਸਿੱਖਾਂ ਨੇ ਉਸ ਨੂੰ ਡਰਾਇਆ, ਜਿਸ ਕਰਕੇ ਬਿੱਲੀ ਚੂਹੇ ਨੂੰ ਛੱਡ ਕੇ ਉੱਥੇ ਸੁੱਟ ਕੇ ਭੱਜ ਗਈ। ਗੁਰੂ ਜੀ ਨੇ ਆਪਣੇ ਅੱਗੇ ਮਰਿਆ ਹੋਇਆ ਚੂਹਾ ਵੇਖ ਕੇ ਸ਼੍ਰੀ ਚੰਦ ਨੂੰ ਆਖਿਆ, ਇਸ ਨੂੰ ਚੁੱਕ ਕੇ ਬਾਹਰ ਸੁੱਟਿਆ ਭਾਈ। ਨਾ ਸ਼੍ਰੀ ਚੰਦ ਨੇ ਬਚਨ ਮੰਨਿਆ, ਨਾ ਲਖਮੀ ਚੰਦ ਨੇ ਬਚਨ ਮੰਨਿਆ। ਰਹੋ ਵਿਚਾਰ, ਮੋਇਆ ਹੋਇਆ ਚੂਹਾ, ਸਮੈਲ ਆਉਣੀ, ਗੰਦਗੀ ਦੀ ਮੁਸ਼ਕ ਆਉਣ ਲੱਗ ਪਈ, ਨੱਕ ਮੂੰਹ ਢੱਕ ਲਏ। ਅਤੇ ਸਾਧ ਸੰਗਤ ਜੀ, ਮੋਇਆ ਹੋਇਆ ਮਰਿਆ ਹੋਇਆ ਚੂਹਾ ਬਾਹਰ ਸੁੱਟ ਆਓ। ਤਾਂ ਉਹਨਾਂ ਨੇ ਕਿਹਾ, ਮੈਂ ਕਿਸ ਪਾਸੇ ਚੁਕਵਾ ਦਿੰਦਾ ਹਾਂ, ਵੀ ਇੱਥੋਂ ਸੇਵਾਦਾਰਾਂ ਨੂੰ ਬੁਲਾ ਕੇ ਮੈਂ ਚੁਕਾ ਦਿੰਦਾ। ਫਿਰ ਗੁਰੂ ਜੀ ਨੇ ਲਹਿਣੇ ਵੱਲ ਵੇਖ ਕੇ ਆਖਿਆ, ਕਰਤਾਰ ਦੇ ਪਿਆਰੇ ਉੱਠ ਕੇ ਅਤੇ ਇਹ ਚੂਹਾ ਬਾਹਰ ਸੁੱਟ ਕੇ ਆਓ। ਉਹ ਭਾਈ ਚੂਹਾ ਸਿੱਟੇ ਆਇਆ।
ਹੁਣ ਲਹਿਣਾ ਜੀ ਨੇ ਅਜੇ ਅੱਧੀ ਕੁ ਗੱਲ ਹੀ ਸੁਣੀ, ਤਤਕਾਲ ਹੀ ਜਦੋਂ ਸ਼੍ਰੀ ਲਹਿਣਾ ਜੀ ਨੇ ਮੋਹੇ ਚੂਹੇ ਨੂੰ ਦੂਰ ਸੁੱਟਣ ਵਾਸਤੇ ਤੁਰੇ ਜਾ ਰਹੇ ਸਨ, ਗੁਰੂ ਜੀ ਨੇ ਲਹਿਣਾ ਦੇ ਅੰਦਰਲੇ ਮਨ ਦੀ ਪੱਟੀ ਪੜ੍ਹਨੀ ਚਾਹੀ। ਅੰਦਰੋਂ ਇਸ ਦੇ ਕਿਤੇ ਰੋਸ ਤਾਂ ਨਹੀਂ ਕੀਤਾ, ਬਚਨ ਮੰਨਿਆ, ਦਿਲੋਂ ਖੁਸ਼ ਹੋ ਕੇ ਇਹ ਕਾਰਜ ਕੀਤਾ। ਪਰ ਗੁਰੂ ਜੀ ਨੇ ਵੇਖਿਆ ਕਿ ਲਹਿਣਾ ਤਾਂ ਸ਼ੁਕਰਾਨੇ ਕਰਦਾ ਜਾ ਰਿਹਾ ਹੈ। ਸ਼ੁਕਰ ਹੈ ਵਾਹਿਗੁਰੂ ਜੀ, ਇਹ ਸੇਵਾ ਬਖਸ਼ੀ, ਇਹ ਸੇਵਾ ਮੇਰੀ ਝੋਲੀ ਪਈ ਹੈ। ਤਦ ਗੁਰੂ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਆਖਿਆ ਕਿ ਜੋ ਵੇਖਿਆ ਹੈ ਉਸ ਬਾਰੇ ਤੁਸੀਂ ਆਪ ਹੀ ਆਪਣੇ ਮਨ ਵਿੱਚ ਵਿਚਾਰ ਲਓ। ਸਾਡੇ ਪੁੱਤਰ ਸਾਡੀ ਆਗਿਆ ਦਾ ਪਾਲਣ ਨਹੀਂ ਕਰਦੇ, ਪਰ ਉਹ ਸਦਾ ਸਾਡੀ ਆਗਿਆ ਵਿੱਚ ਰਹਿੰਦਾ ਹੈ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਬਚਨ ਮੰਨਣਾ, ਜੀਵਨ ਦੇ ਵਿੱਚ ਧਾਰਨ ਕਰਨਾ, ਮੰਨ ਲੈਣਾ ਹੀ ਗੁਰੂ ਦੀ ਸੇਵਾ ਹੈ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਭਾਣੀ। ਇਹ ਬਚਨ ਸੁਣ ਕੇ ਮਾਤਾ ਸੁਲੱਖਣੀ ਜੀ ਉੱਠ ਕੇ ਘਰ ਆ ਗਏ। ਕੁਝ ਦਿਨ ਉਪਰੰਤ ਗੁਰੂ ਜੀ ਨੇ ਹੋਰ ਪਛਤਾਵਾ ਕਰਨ ਵਾਸਤੇ ਕੌਤਕ ਰਚਿਆ। ਪਰਤਾਵਾ ਕਰਨ ਦੇ ਲਈ ਹੋਰ ਕੌਤਕ ਰਚਿਆ। ਆਪ ਕੇਸੀ ਇਸ਼ਨਾਨ ਕਰਕੇ ਆ ਰਹੇ ਸਨ ਕਿ ਆਪ ਜੀ ਨੇ ਆਪਣਾ ਕਾਇਦਾ ਕਟੋਰਾ ਛੰਨਾ ਚਿੱਕੜ ਦੇ ਵਿੱਚ ਉਸ ਚੱਲੇ ਹੋਏ ਵਿੱਚ ਸੁੱਟ ਦਿੱਤਾ, ਚਲੇ ਦੇ ਵਿੱਚ, ਜਿੱਥੇ ਸਾਰੇ ਨਗਰ ਦੀ ਮੈਲ ਇਕੱਠੀ ਹੁੰਦੀ ਸੀ, ਜੋ ਚਲੇ ਦੇ ਵਿੱਚ ਛਿੜਤਾ। ਫਿਰ ਸਤਿਗੁਰੂ ਜੀ ਨੇ ਸ਼੍ਰੀ ਚੰਦ ਨੂੰ ਆਖਿਆ, ਬੇਟਾ ਜੀ ਸਾਡਾ ਜਿਹੜਾ ਇਹ ਕਟੋਰਾ ਹੈ, ਗੜਵਾ ਹੈ, ਇਸ ਚਲੇ ਵਿੱਚ ਡਿੱਗ ਪਿਆ ਹੈ, ਇਸ ਨੂੰ ਕੱਢ ਕੇ ਧੋ ਮਾਂਜ ਕੇ ਸਾਡੇ ਪਾਸ ਲੈ ਆਓ। ਪੁੱਤਰ ਨੇ ਕਿਹਾ, ਇਸ ਗੰਦੇ ਮੈਲੇ ਝੂਠੇ ਪਾਣੀ ਵਿੱਚ ਸਾਡੇ ਕੱਪੜੇ ਖਰਾਬ ਹੋ ਜਾਣਗੇ। ਕਿਸ ਸਿੱਖ ਨੂੰ ਆਖ ਕੇ ਕਢਾ ਦਿੰਦਾ ਹਾਂ ਕਿਸੇ ਹੋਰ ਤੋਂ। ਫਿਰ ਸਤਿਗੁਰੂ ਜੀ ਨੇ ਦੂਸਰੇ ਪੁੱਤਰ ਨੂੰ ਹੁਕਮ ਕੀਤਾ, ਕਿਹਾ, ਪਿਤਾ ਜੀ ਤੁਸੀਂ ਬਹੁਤ ਸਿਆਣੇ ਹੋ ਕਿ ਜੋ ਮੰਦਾ ਕੰਮ ਤਾਂ ਸਾਡੇ ਤੋਂ ਕਰਾਈ ਜਾਂਦੇ ਹੋ, ਸਾਡੇ ਪਾਸੋਂ ਹੀ ਕਰਾਉਣਾ ਚਾਹੁੰਦੇ ਹੋ, ਸਾਰੇ ਸਿੱਖ ਸੇਵਕ ਵਿੱਚ ਸਾਡਾ ਨਿਰਾਦਰ ਕਰਦੇ ਹੋ। ਮੈਂ ਇਹੋ ਜਿਹਾ ਅਪਮਾਨ ਵਾਲਾ ਕੰਮ ਨਹੀਂ ਕਰਨਾ, ਤਿਆਰ ਨਹੀਂ ਹਾਂ। ਤਦ ਗੁਰੂ ਜੀ ਨੇ ਫੇਰ ਲੈਣੇ ਨੂੰ ਕਹਿਤਾ, ਭਾਈ ਲਹਿਣਾ ਜੀ ਹੁਕਮ ਕੀਤਾ। ਤਾਂ ਸ਼੍ਰੀ ਲਹਿਣਾ ਜੀ ਨੇ ਸੁਣਦੇ ਸਾਰ ਚਿੱਕੜ ਦੇ ਵਿੱਚੋਂ ਛਾਲ ਮਾਰ ਕੇ ਉਹ ਜਿਹੜਾ ਗੜਵਾ ਸੀ ਕੱਢ ਕੇ ਧੋ ਕੇ ਗੁਰੂ ਜੀ ਪਾਸ ਰੱਖ ਦਿੱਤਾ। ਲਹਿਣਾ ਜੀ ਦੇ ਸਾਰੇ ਜਿਹੜੇ ਵਸਤਰ ਸਨ, ਕੱਪੜੇ ਪਾਏ ਹੋਏ ਸੀ, ਚਿੱਕੜ ਨਾਲ ਭਰ ਗਏ, ਗੰਦਗੀ ਦੇ ਨਾਲ ਪਾਣੀ ਚੋਂਦਾ ਹੈ, ਜਿਸ ਨੂੰ ਵੇਖ ਕੇ ਸਾਰੇ ਹੈਰਾਨ ਹੋ ਗਏ। ਸ਼੍ਰੀ ਲਹਿਣਾ ਜੀ ਧੰਨ ਧੰਨ ਕਹਿਣ ਲੱਗੇ। ਗੁਰੂ ਜੀ ਨੇ ਵੀ ਪ੍ਰਸੰਨ ਹੋ ਕੇ ਥਾਪੜਾ ਦਿੱਤਾ, ਐਸ਼ ਥਾਪੜਾ ਦੇ ਕੇ ਕਿਹਾ, ਗੁਰੂ ਜੀ ਬਾਬਾ ਬੁੱਢਾ ਜੀ ਦੇ ਮਨ ਦੀ ਗੱਲ ਜਾਣ ਕੇ ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਗੁਰੂ ਸਾਹਿਬ ਜੀ ਸਭ ਪਿਆਰ ਦੇ ਬੋਲ, ਸ਼ਰਧਾ ਭਾਵਨਾ ਵੀ ਜਾਣਦੇ ਨੇ, ਤੇਰੇ ਅੰਦਰ ਦੀਆਂ ਚਲਾਕੀਆਂ ਵੀ ਜਾਣਦੇ ਨੇ। ਹੁਣ ਬਾਬਾ ਬੁੱਢਾ ਜੀ ਉਹਨਾਂ ਨੂੰ ਕਹਿਣ ਲੱਗੇ, ਭਾਈ ਬਾਹਰ ਨਿਕਲ ਕੇ ਵੇਖ, ਇਸ਼ਨਾਨ ਕਰਨ ਦਾ ਵੇਲਾ ਹੋ ਗਿਆ, ਵੀ ਰਾਤ ਕਿੰਨੀ ਕੁ ਬਾਕੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਬਾਬਾ ਬੁੱਢਾ ਜੀ ਨੂੰ ਇਹ ਬਚਨ ਕਰ ਰਹੇ ਹਨ। ਦੇਖ ਤਾਂ ਭਾਈ ਰਾਤ ਕਿੰਨੀ ਕੁ ਬਾਕੀ ਹੈ, ਫਿਰ ਇਸ਼ਨਾਨ ਕਰਨਾ ਹੈ। ਬਾਬਾ ਬੁੱਢਾ ਜੀ ਬਾਹਰ ਨਿਕਲ ਕੇ ਵੇਖਿਆ ਤਾਂ ਆਖਿਆ, ਮਹਾਰਾਜ ਅੱਧੀ ਰਾਤ ਬਾਕੀ ਹੈ, ਅੱਧੀ ਰਾਤ ਬਾਕੀ ਹੈ। ਗੁਰੂ ਜੀ ਨੇ ਕਿਹਾ, ਇਤਨੀ ਨਹੀਂ, ਇੱਕ ਪਹਿਰ ਬਾਕੀ ਹੈ, ਚੰਗੀ ਤਰ੍ਹਾਂ ਵੇਖ ਤਾਂ ਦੱਸ। ਬਾਬਾ ਬੁੱਢਾ ਜੀ ਫੇਰ ਬਾਹਰ ਨਿਕਲ ਕੇ ਵੇਖਿਆ ਤਾਂ ਆਖਿਆ, ਮਹਾਰਾਜ ਅੱਧੀ ਰਾਤ ਹੀ ਬਾਕੀ ਹੈ। ਇਸ ਤਰ੍ਹਾਂ ਜਾਂ 3 ਵਾਰ, ਤਿੰਨੇ ਬਚਨ ਹੁੰਦੇ ਨੇ ਸਾਧੂ ਮਹਾਂਪੁਰਖਾਂ ਦੇ,
ਤਾਰ ਕੇ ਵੀ ਰੱਖ ਦਿੰਦੇ, ਉਜਾੜ ਕੇ ਵੀ ਰੱਖ ਦਿੰਦੇ ਹਨ। ਬਚਨ ਤਿੰਨ ਨੇ। ਇਸ ਤਰ੍ਹਾਂ ਜਦ 3 ਵਾਰ ਗੁਰੂ ਜੀ ਨੇ ਕਿਹਾ ਪਹਿਰ ਰਾਤ ਬਾਕੀ ਹੈ, ਤਾਂ ਬਾਬਾ ਬੁੱਢਾ ਜੀ ਨੇ ਕਿਹਾ ਅੱਧੀ ਰਾਤ ਬਾਕੀ ਹੈ। ਫਿਰ ਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਕਿਹਾ ਤੂੰ ਬਾਹਰ ਨਿਕਲ ਕੇ ਵੇਖ ਤਾਂ ਕਿੰਨੇ ਕੁ ਬਾਕੀ ਹੈ। ਭਾਈ ਲਹਿਣਾ ਜੀ ਵੇਖ ਕੇ ਆਖਿਆ ਮਹਾਰਾਜ ਰਾਤ ਜਿੰਨੀ ਆਪ ਨੇ ਬਤਾਈ ਉਤਨੀ ਬੀਤੀ ਹੈ, ਜਿਤਨੀ ਆਪ ਨੇ ਬਾਕੀ ਰੱਖ ਲਈ ਉਤਨੀ ਕੁ ਰਹਿ ਗਈ ਹੈ। ਜੇ ਆਪ ਕਹਿੰਦੇ ਹੋ ਕਿ ਪਹਿਰ ਬਾਕੀ ਹੈ ਤਾਂ ਵੀ ਠੀਕ ਹੈ, ਪਹਿਰ ਬਾਕੀ ਹੋਵੇਗੀ। ਜੇ ਆਪ ਜੀ ਦੀ ਮਰਜ਼ੀ ਹੈ ਭਾਵੇਂ ਅੱਧੀ ਰਾਤ ਬਾਕੀ ਰੱਖ ਲਓ, ਭਾਵੇਂ ਪਹਿਰ ਰਾਤ ਬਾਕੀ ਰੱਖ ਲਓ, ਕਿਉਂਕਿ ਦਿਨ ਰਾਤ ਆਪ ਜੀ ਦੇ ਹੁਕਮ ਵਿੱਚ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੈ ਪਛਾਣੈ। ਜਿਹਤੇ ਕਿਰਪਾ ਹੁੰਦੀ ਹੈ ਉਹ ਸਮਝਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਦਿਨ ਤੋਂ ਮੇਲ ਸਮੇਂ ਹੀ ਵੇਖ ਲਿਆ ਕਿ ਸਾਡੇ ਮਗਰੋਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਕੌਣ ਸੰਭਾਲ ਸਕਦਾ ਹੈ। ਗੁਰਸਿੱਖੀ ਸਬਕ ਚੰਗੀ ਤਰ੍ਹਾਂ ਪੱਕਾ ਕਰਾਉਣ ਦੇ ਖਾਤਰ ਗੁਰੂ ਜੀ ਨੇ ਕਈ ਵਾਰ ਪੁੱਤਰਾਂ ਤੋਂ ਹੁਰਾਨਾ ਸਿੱਖਾਂ ਦੇ ਨਾਲ ਹੀ ਲਹਿਣਾ ਜੀ ਦੀ ਪ੍ਰੀਖਿਆ ਲਈ। ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖ ਜੇ ਕੌਣ, ਜਾ ਸੋ ਧੋਸ ਦਾ ਲਹਿਣਾ ਟਿਕਿਉਣ। ਇੱਕ ਵਾਰ ਗੁਰੂ ਜੀ ਨੇ ਬੜਾ ਡਰਾਉਣਾ ਰੂਪ ਧਾਰ ਲਿਆ। ਇਹੀ ਵਿਚਾਰ ਬਸ ਆਪਾਂ ਕਰਕੇ ਫਿਰ ਸਮਾਪਤੀ ਕਰਾਂਗੇ। ਸਾਧ ਸੰਗਤ ਸੁਣੋ ਪਿਆਰ ਦੇ ਨਾਲ। ਜਦੋਂ ਬੜਾ ਡਰਾਉਣਾ ਰੂਪ ਧਾਰ ਲਿਆ, ਆਪ ਨੇ ਜੰਗਲੀਆਂ ਵਰਗੇ ਮੈਲੇ ਜਿਹੇ ਪਾਟੇ ਪੁਰਾਣੇ ਕੱਪੜੇ ਪਾ ਲਏ, ਲੱਕ ਨਾਲ ਛੁਰਾ ਬੰਨ੍ਹ ਲਿਆ ਤੇ ਕੁੱਤੇ ਮਗਰ ਲਾ ਲਏ। ਇਹ ਰੂਪ ਧਾਰ ਕੇ ਆਪ ਜੰਗਲ ਵੱਲ ਤੁਰ ਪਏ। ਕੁਝ ਸਿੱਖ ਤਾਂ ਇਹ ਰੂਪ ਵੇਖ ਕੇ ਡਰ ਗਏ ਤੇ ਪਿੱਛੇ ਪਰਤ ਆਏ। ਕੁਝ ਹੋਰ ਆਪ ਦੇ ਕਰੜੇ ਤੇ ਅਨੋਖੇ ਬਚਨ ਸੁਣ ਕੇ ਡੋਲ ਗਏ ਤੇ ਮੁੜ ਆਏ। ਕੁਝ ਸਿੱਖ ਅਜੇ ਵੀ ਪੱਕੇ ਰਹੇ। ਥੋੜ੍ਹੀ ਦੂਰੀ ਗਏ ਤਾਂ ਰਾਹ ਵਿੱਚ ਪੈਸੇ ਖਿਲਰੇ ਪਏ ਸਨ। ਪੈਸੇ ਮਾਇਆ। ਉਹਨਾਂ ਨੇ ਕੀ ਦੇਖਿਆ, ਝੋਕੇ ਸਿੱਖ ਚੋਲੀਆਂ ਭਰ ਕੇ ਮੁੜ ਗਏ। ਹੋਰ ਅਗਾਂਹ ਗਏ ਤੇ ਰਾਹ ਵਿੱਚ ਚਾਂਦੀ ਦੇ ਸਿੱਕੇ, ਜਿਵੇਂ ਜਿਵੇਂ ਦਾ ਕੋਈ ਉੱਥੋਂ ਉਹਦਾ ਸਿਸਟਮ ਸੀ, ਸਿੱਕੇ ਝੋਲੀਆਂ ਦੇ ਵਿੱਚ ਪਾਏ। ਕੁਝ ਸਿੱਖ ਚੋਲੀਆਂ ਭਰ ਕੇ ਮੁੜਿਆ ਆਪਦੀਆਂ। ਮੋਹਰਾਂ ਖਿਲਰੀਆਂ, ਮੋਹਰਾਂ ਚੁੱਕ ਲਿਆਏ, ਪਿਛਾਂਹ ਨੂੰ ਚਾਲੇ ਪਾ ਦਿੱਤੇ। ਹੁਣ ਗੁਰੂ ਜੀ ਦੇ ਨਾਲ ਲਹਿਣਾ ਜੀ, ਬਾਕੀ ਸਿੱਖ ਰਹਿ ਗਏ ਚੁਣਵੇਂ। ਅਗਾਂਹ ਗਏ ਤਾਂ ਮੁਰਦਾ ਪਿਆ ਹੋਇਆ ਹੈ, ਦਿਸਿਆ 2 ਚਿੱਟੀ ਚਾਦਰ ਨਾਲ ਢੱਕਿਆ ਹੋਇਆ ਸੀ। ਇਸ ਵਿੱਚੋਂ ਸਖਤ ਸਮੈਲ ਬਦਬੂ ਆ ਰਹੀ ਸੀ। ਗੁਰੂ ਜੀ ਦੇ ਮੁਰਦੇ ਪਾਸ ਜਾ ਖਲੋਤੇ। ਗੱਲ ਹੈ ਸਾਧ ਸੰਗਤ ਜੀ ਬਚਨ ਮੰਨਣ ਦੀ ਤੇ ਬਚਨ ਕਮਾਉਣ ਦੀ। ਮੁਰਦੇ ਦੀਆਂ ਪ੍ਰਮਾਣ, ਕੰਧ ਡਿੱਗਣ ਦਾ ਪ੍ਰਮਾਣ, ਵਸਤਰ ਧੋਣ ਦਾ ਪ੍ਰਮਾਣ, ਇਹ ਸਾਧ ਸੰਗਤ ਜੀ ਬਚਨ ਮੰਨਣ ਦੀਆਂ ਗੱਲਾਂ ਨੇ। ਤੇ ਫਿਰ ਜਦੋਂ ਜਾ ਕੇ ਮੁਰਦੇ ਦੇ ਕੋਲ ਖਲੋਇਆ, ਇਹ ਮੁਰਦਾ ਖਾਓ। ਦੋਵੇਂ ਸਿੱਖ ਨੱਕ 'ਤੇ ਨਾ ਕੱਪੜਾ ਢੱਕ ਕੇ ਪਿੱਛੇ ਨੂੰ ਮੁੜ ਗਏ। ਮੁੜ ਆਏ ਸਿਰਫ ਲਹਿਣਾ ਜੀ ਦੇ ਗੁਰੂ ਜੀ ਪਾਸ ਰਹੇ। ਸੁਣਿਓ, ਜਦੋਂ ਨਾ ਸਮਾਂ ਬਣਦਾ ਆ ਨੱਕ 'ਤੇ ਕੱਪੜਾ, ਹੁਣ ਤਾਂ ਆਪਾਂ ਨੂੰ ਬਹੁਤ ਚੰਗੇ ਲੱਗਦੇ ਨੇ ਮਿੱਤਰ, ਦੋਸਤ, ਮਿੱਤਰ ਪਿਆਰੇ। ਆ ਦੁਨਿਆਵੀ ਜਦੋਂ ਕਿਤੇ ਮੁਸੀਬਤ ਆ ਗਈ ਨਾ, ਸਮਾਂ ਬਣ ਗਿਆ, ਢਿੱਲਾ ਮੱਠਾ ਹੋ ਗਿਆ, ਹੌਸਪੀਟਲ ਦੇ ਵਿੱਚ ਪਿਆ, ਚੇਤੇ ਰੱਖਿਓ ਬਜ਼ੁਰਗ ਬੈਠੇ ਹੋ ਸਿਆਣੇ, ਤਜਰਬਾ ਦੇਖਿਆ ਹੋਵੇਗਾ ਕਦੇ ਜਦੋਂ ਸਮਾਂ ਬਣਿਆ ਹੋਵੇਗਾ। ਜਾਂ ਇਹ ਕਹਿ ਲਓ ਮਾਫ਼ ਕਰਿਓ, ਉਹ ਤਾਂ ਸਾਧ ਸੰਗਤ ਜੀ ਇੱਕੋ ਜਿਹੇ ਕੱਪੜੇ ਪਾਉਂਦੇ, ਕਾਲਜ ਜਾਂਦੇ ਨਾ ਇੱਕੋ ਜਿਹੇ ਕੱਪੜੇ, ਇੱਕੋ ਜਿਹੇ ਵਾਲਾਂ ਦੇ ਸਟਾਈਲ, ਪੱਗਾਂ ਇੱਕੋ ਜਿਹੀਆਂ। ਪਰ ਜਦੋਂ ਸਮਾਂ ਬਣ ਗਿਆ, ਇੱਕ ਸਮਾਂ ਆ ਗਿਆ, ਕਈ ਵਾਰੀ ਆਪਾਂ ਕੰਮ ਵੀ ਇੱਕੋ ਜਿਹੀ, ਫਿਰ ਕਲਾਸਮੇਟ ਹੋਏ, ਇੱਕ ਕਲਾਸ ਦੇ ਵਿੱਚ ਪੜ੍ਹੇ, ਗਾਹਾਂ ਤੱਕ ਮੈਰਿਜਾਂ ਤੱਕ ਆਪਾਂ ਇਕੱਠੇ ਰਹੇ,
ਇਕੱਠਿਆਂ ਤੋਂ ਬਾਅਦ ਕੋਈ ਸਮਾਂ ਬਣ ਗਿਆ। ਜਦੋਂ ਸਮਾਂ ਬਣ ਗਿਆ, ਬਿਮਾਰ ਹੋ ਗਿਆ ਜੀ। ਆ ਕਰੋਨਾ ਵਕਤ ਹੀ ਦੇਖਿਆ ਹੋਵੇਗਾ ਆਪ ਜੀ ਨੇ, ਜਦੋਂ ਕਿਤੇ ਸਮਾਂ ਬਣ ਗਿਆ ਆਪਾਂ ਇਹੋ ਜਿਹੇ ਹਾਂ, ਮਨ ਆਪਣਾ ਇੰਨਾ ਡਿੱਗ ਪਿਆ, ਇਨਸਾਨੀਅਤ ਇੰਨੀ ਖਤਮ ਹੋ ਗਈ। ਇਹ ਮੰਨ ਲਓ ਵੀ ਪ੍ਰਾਇਮਰੀ ਸਕੂਲ ਤੋਂ ਮਿੱਤਰਤਾ ਪਈ ਹੋਏ ਕਾਲਜਾਂ ਤੱਕ ਜਾ ਕੇ ਸਾਧ ਸੰਗਤ ਜੀ ਜ਼ਿੰਮੇਵਾਰੀਆਂ ਪੂਰੀਆਂ ਹੋ ਕੇ ਸਮਾਂ ਬਣ ਗਿਆ। ਜਦੋਂ ਕਿਤੇ ਪਤਾ ਲੈਣ ਜਾਂਦੇ ਨਾ, ਜਾਂ ਇਹ ਕਹਿ ਲਓ ਵੀ ਕਾਰਨ ਕੋਈ ਵੀ ਬਣ ਗਿਆ ਸਾਧ ਸੰਗਤ ਜੀ, ਉਹ ਸਮਾਂ ਆ ਗਿਆ। ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ ਕੱਲਿਆ ਵੈ ਨਾਨਕ ਸੱਦੇ ਉੱਠੀ ਜਾਏ। ਇਹ ਕਹਿ ਲਓ ਬਚਨ ਹੈ ਆਪੇ ਹਰ ਇੱਕ ਰੰਗ ਆਪੇ ਬੋ ਰੰਗੀ ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ। ਜਦੋਂ ਵਕਤ ਬੰਦੇ ਤੇ ਆਣ ਪੈਂਦਾ, ਕਹਿਣ ਤੋਂ ਭਾਵ ਫਿਰ ਰੱਸੀਆਂ ਦੇ ਵੀ ਸੱਪ ਵੀ ਕਹਿੰਦੇ ਬਣ ਜਾਂਦੇ ਸਾਧ ਸੰਗਤ ਜੀ। ਮੇਰਾ ਕਹਿਣ ਤੋਂ ਭਾਵ ਇਹ ਹੈ, ਫਿਰ ਆਪਾਂ ਨੱਕ ਢੱਕ ਲੈਂਦੇ ਹਾਂ, ਭਾਵੇਂ ਕੋਈ ਦਵਾਈ ਪੀ ਕੇ ਮਰ ਜੇ, ਭਾਵੇਂ ਕੋਈ ਕਿਸੇ ਵੀ ਤਰ੍ਹਾਂ ਦਾ ਉਹ ਸਮਾਂ ਬਣ ਜਾਵੇ। ਮੇਰਾ ਕਹਿਣ ਤੋਂ ਭਾਵ ਜਿਹੜੇ ਕਹਿੰਦੇ ਵੀ ਤੇਰੇ ਅਸਲੀ ਮਿੱਤਰ ਪਿਆਰੇ ਦੋਸਤ ਪਤਾ ਲੈਣ ਵੀ ਜਾਵੋ ਤਾਂ ਵੀ ਬਹੁਤੇ ਨੱਕ ਢੱਕ ਲੈਂਦੇ ਨੇ। ਇੱਕੋ ਜੀ ਕੱਪੜੇ ਪਾਏ, ਇੱਕੋ ਜੀ ਥਾਲ ਦੇ ਵਿੱਚ ਖਾਧਾ ਸਾਧ ਸੰਗਤ। ਜਦੋਂ ਸਮਾਂ ਬਣ ਗਿਆ ਨਾ, ਪਤਾ ਲੱਗ ਗਿਆ, ਪਰਖ ਆਉਂਦੀ ਹੈ, ਫਿਰ ਪਤਾ ਲੱਗਦਾ। ਰਹੋ ਵਿਚਾਰ, ਗੁਰੂ ਜੀ ਨੇ ਲਹਿਣਾ ਜੀ ਨੂੰ ਆਖਿਆ ਹੋਰ ਸਾਰੇ ਚਲੇ ਗਏ ਤੇ ਕਿਉਂ ਭਾਈ। ਹੁਣ ਸਾਧ ਸੰਗਤ ਜੀ ਜਦੋਂ ਮਿਹਰ ਦੀ ਨਾਦਰ ਕਰਦਾ ਨਾ, ਅੱਗੋਂ ਲਹਿਣਾ ਜੀ ਬੋਲੇ ਪਾਤਸ਼ਾਹ ਉਹਨਾਂ ਦੇ ਪਿੱਛੇ ਕੋਈ ਨਹੀਂ। ਤਾਂ ਤੇ ਜਦੋਂ ਨਾ ਲਹਿਣੇ ਨੂੰ ਕਿਹਾ ਵੀ ਤੂੰ ਆ ਮੁਰਦਾ ਖਾ, ਗੁਰੂ ਜੀ ਨੂੰ ਕਹਿੰਦਾ ਵੀ ਅੱਗਿਓ ਖਾਵਾਂ, ਕਿੱਥੋਂ ਸ਼ੁਰੂ ਕਰਾਂ ਖਾਣ ਵਾਸਤੇ, ਪੈਰਾਂ ਤੋਂ ਸ਼ੁਰੂ ਕਰਦੇ ਗੁਰੂ ਸਾਹਿਬ ਜੀ ਕਹਿੰਦੇ। ਜਦੋਂ ਚਿੱਟੀ ਚਾਦਰ ਉਠਾਈ, ਇਤਿਹਾਸਕ ਗੱਲਾਂ ਨੇ, ਐਵੇਂ ਨਹੀਂ। ਸਾਧ ਸੰਗਤ ਜੀ ਪੜ੍ਹੋ ਇਤਿਹਾਸ, ਗੁਰੂ ਨਾਨਕ ਦੇਵ ਮਹਾਰਾਜ ਜਨਮ ਸਾਖੀ, ਫਿਰ ਪਤਾ ਲੱਗਦਾ। ਕਿੰਤੂ ਪਰੰਤੂ ਹੁੰਦਾ ਹੈ, ਗਿਆਨੀ ਘੱਟ ਨੇ ਅਗਿਆਨੀ ਬਹੁਤ ਨੇ ਗੁਰਮੁਖੋ। ਕਹਿੰਦੇ ਫਿਰ ਉਹ ਜਦੋਂ ਚਿੱਟੀ ਚਾਦਰ ਚੱਕੀ, ਸ਼ੀਤਲ ਪ੍ਰਸ਼ਾਦ ਸੀ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਨਾਨਕ ਦੇਵ ਮਹਾਰਾਜ ਨਜ਼ਰ ਦੇ ਨਾਲ ਕੁਛ ਵੀ ਕਰ ਸਕਦੇ ਨੇ। ਗੁਰੂ ਜੀ ਨੇ ਲਹਿਣਾ ਜੀ ਨੂੰ ਆਖਿਆ ਹੋਰ ਸਾਰੇ ਚਲੇ ਗਏ, ਤੂੰ ਵੀ ਵਗ ਜਾ ਭਾਈ, ਤੂੰ ਕਿਉਂ ਨਹੀਂ ਗਿਆ ਹਜੇ। ਅੱਗੋਂ ਲਹਿਣਾ ਜੀ ਬੋਲੇ ਸੱਚੇ ਪਾਤਸ਼ਾਹ ਉਹਨਾਂ ਦੇ ਪਿੱਛੇ ਕੋਈ ਹੋਵੇਗਾ, ਮੇਰਾ ਤਾਂ ਆਪ ਤੋਂ ਬਿਨਾਂ ਹੋਰ ਕੋਈ ਨਹੀਂ। ਕੋਈ ਕੋਈ ਤੇ ਕਿਸੇ ਦਾ ਕੋਈ ਕੋਈ ਹੈ। ਲਹਿਣਾ ਜੀ ਦੇ ਬੋਲ ਨੇ, ਮੇਰਾ ਇੱਕ ਤੂੰ ਹੀ ਮਾਲਕਾ, ਕੋਈ ਕਿਸੇ ਦਾ ਕੋਈ ਕੋਈ ਹੈ। ਮੇਰਾ ਇੱਕ ਤੂੰ ਹੀ ਵਾਹਿਗੁਰੂ। ਇਉਂ ਬਚਨ ਕਰਦਾ, ਕਹਿੰਦਾ ਕਿਸੇ ਦਾ ਹੋਊ ਕੋਈ ਤਾਇਆ ਚਾਚਾ, ਕੋਈ ਮਾਮਾ ਭੂਆ ਮਾਸੀ ਫੱਫੜ, ਪਰ ਰਿਸ਼ਤੇਦਾਰ ਸਾਰੇ ਜਿਹੜੇ ਹੈਗੇ ਨਾ ਮਤਲਬ ਦੇ ਨੇ ਗੁਰਮੁਖੋਂ। ਇੱਕ ਵਾਰੀ ਗੱਲ ਕੱਟ ਕੇ ਵੇਖ ਲਿਓ ਰਿਸ਼ਤੇਦਾਰੀ ਦੇ ਵਿੱਚ ਵੀ ਐ ਨਹੀਂ ਐ ਹੋਣਾ ਚਾਹੀਦਾ, ਜੇ ਫੋਨ ਵੀ ਆ ਗਿਆ ਤਾਂ ਕਹਿ ਦਿਓ। ਇਹ ਵਚਨ ਸੁਣ ਕੇ ਸਤਿਗੁਰੂ ਜੀ ਨੇ ਆਪਣੇ ਮਨ ਵਿੱਚ ਕਿਹਾ ਕਿ ਮੇਰੇ ਬਗੈਰ ਤੇਰਾ ਕੋਈ ਹੋਰ ਟਿਕਾਣਾ ਨਹੀਂ, ਤਾਂ ਬਗੈਰ ਮੇਰਾ ਵੀ ਕੋਈ ਟਿਕਾਣਾ ਨਹੀਂ। ਫਿਰ ਜਿਵੇਂ ਤੇਰੇ ਤੋਂ ਬਿਨਾਂ ਨਾ ਮੇਰਾ ਕੋਈ ਨਹੀਂ ਤੇ ਮੇਰੇ ਤੋਂ ਬਿਨਾਂ ਫਿਰ ਤੇਰਾ ਵੀ ਕੋਈ ਨਹੀਂ। ਫਿਰ ਗੁਰੂ ਜੀ ਕਹਿਣ ਲੱਗੇ ਜੇ ਤੂੰ ਸਾਡਾ ਸਿੱਖ ਹੈ ਤਾਂ ਹੁਕਮ ਮੰਨ ਕੇ ਇਹ ਕਾਰਜ ਆਰੰਭਿਆ। ਹੁਕਮ ਮੰਨ ਕੇ ਜਦ ਲਹਿਣਾ ਜੀ ਨੇ ਇਹ ਸਾਰਾ ਕੁਛ, ਉਹ ਮੁਰਦੇ ਵਾਲਾ ਦ੍ਰਿਸ਼ਟਾਂਤ ਆਇਆ, ਤਾਂ ਫਿਰ 14 ਜੂਨ 1539 ਈਸਵੀ ਨੂੰ ਦੋਹਾਂ ਪੁੱਤਰਾਂ ਤੇ ਸਿੱਖ ਸੇਵਕਾਂ ਨੂੰ ਸੱਦ ਕੇ ਨਾ, ਇੱਥੇ ਸੁਣਿਓ ਮਾੜਾ ਜਿਹਾ ਧਿਆਨ ਦੇ ਨਾਲ। ਮੈਂ ਪਹਿਲਾਂ ਕਹਿ ਕੇ ਹਟਾ ਵੀ ਗਿਆਨਾਂ ਸੂ ਬਹੁਤ ਆ ਗਏ, ਗਿਆਨ ਨਹੀਂ ਹੈ, ਇਹ ਸਪਸ਼ਟ ਹੈ। 14 ਜੂਨ 1539 ਨੂੰ ਦੋਨਾਂ ਪੁੱਤਰਾਂ ਤੇ ਸਿੱਖ ਸੇਵਕਾਂ ਨੂੰ ਸੱਦ ਕੇ 5 ਪੈਸੇ
ਇੱਕ ਨਾਰੀਅਲ ਹੱਥ ਵਿੱਚ ਲੈ ਕੇ ਸ਼੍ਰੀ ਲਹਿਣਾ ਜੀ ਦੇ 3 ਪਰਿਕਰਮਾ ਕਰਕੇ ਉਹਨਾਂ ਦੇ ਅੱਗੇ ਭੇਟਾ ਰੱਖ ਕੇ ਮੱਥਾ ਟੇਕ ਦਿੱਤਾ। ਲਹਿਣਾ ਜੀ ਇਹ ਕਾਰਵਾਈ ਦੇਖ ਕੇ ਬਹੁਤ ਹੈਰਾਨ ਹੋਏ ਅਤੇ ਕਿਹਾ, ਮਹਾਰਾਜ ਤੁਸੀਂ ਪਰਮੇਸ਼ਰ ਰੂਪ ਹੋ ਕੇ ਮੇਰੇ ਜਿਸ ਸਰੀਰ ਅੱਗੇ ਸੀਸ ਨਿਵਾਇਆ, ਮੈਂ ਸਮਝਦਾ ਹਾਂ ਉਹ ਕੂੜੀ ਹੋ ਜਾਣਾ ਹੈ। ਚੁੱਪ ਕਰਕੇ ਮੂੰਹ ਕੱਢੇਗਾ ਤੂੰ ਸੱਚ ਜਾਵੇਗਾ। ਕਹਿੰਦੇ ਬਚਨ ਕੀਤਾ। ਸ਼੍ਰੀ ਲਹਿਣਾ ਜੀ ਇਹ ਗੱਲ ਸੁਣ ਗੁਰੂ ਜੀ ਨੇ ਕਿਹਾ, ਪੁਰਖਾ ਹੁਣ ਚੁੱਪ ਕਰਕੇ ਮੂੰਹ ਵਿੱਚੋਂ ਬਾਣੀ ਪੜ੍ਹਨਾ, ਐਵੇਂ ਦਾ ਕੋਈ ਬਚਨ ਨਾ ਕੱਢ ਦਈ, ਤੇਰਾ ਬਚਨ ਸੱਚ ਹੋ ਜਾਵੇਗਾ। ਹੋਰ ਕੋਈ ਐਸੀ ਗੱਲ ਨਾ ਕਰਨਾ। ਅੱਜ ਤੋਂ ਤੁਸੀਂ ਸਭ ਦੇ ਗੁਰੂ ਹੋ, ਜਗਤ ਤੁਹਾਡਾ ਦਾਸ ਹੈ। ਅਸਾਂ ਕਿਉਂਕਿ ਆਪਣੇ ਅੰਗ ਤੋਂ ਬਣਾਇਆ ਹੈ, ਇਸ ਕਰਕੇ ਅੱਜ ਤੋਂ ਤੁਹਾਡਾ ਨਾਮ ਸ਼੍ਰੀ ਗੁਰੂ ਅੰਗਦ ਦੇਵ ਜੀ ਹੈ। ਆਖੋ ਸਤਨਾਮ। ਪਹਿਲਾਂ ਭਾਈ ਲਹਿਣਾ ਜੀ ਰਹੇ। ਜਦੋਂ ਰਾਜ ਦਾ ਤਿਰਕ ਲਾ ਦਿੱਤਾ, ਨਾਰੀਅਲ 5 ਪੈਸੇ ਇਹ ਫਲ ਹੈ ਭਾਈ। ਤੇ ਸਾਧ ਸੰਗਤ ਜੀ ਇਹ ਧੁਰ ਤੋਂ ਹੀ ਰੱਖਦੇ ਆਏ ਨੇ। 6 ਗੁਰੂ ਸਾਹਿਬਾਨ ਜਦੋਂ ਬਾਬਾ ਬੁੱਢਾ ਜੀ ਨੇ ਤਿਲਕ ਲਾਉਣਾ, ਰਾਜ ਦੇਣਾ, ਗੁਰਤਾ ਗੱਦੀ ਬਖਸ਼ਣੀ, ਉਦੋਂ ਤਿਲਕ ਲਾਉਂਦੇ ਸੀ ਅਤੇ 5 ਪੈਸੇ ਰੱਖ ਕੇ ਨਾਰੀਅਲ ਵਰਤੋਂ ਕਰਦੇ ਸੀ। ਫਲ ਹੈ, ਕੋਈ ਹੋਰ ਚੀਜ਼ ਨਹੀਂ ਭਾਈ। ਇਸ ਕਰਕੇ ਫਿਰ ਇਹ ਜਦੋਂ ਕਾਰਜ ਆਰੰਭ ਦਿੱਤਾ, ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਬੁੱਢਾ ਜੀ ਨੇ ਆਪ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਗਾਇਆ। ਸਾਰੇ ਸਿੱਖ ਸੇਵਕਾਂ ਨੂੰ ਆਪ ਦੇ ਚਰਨਾਂ 'ਤੇ ਸੀਸ ਨਿਵਾਇਆ। ਫਿਰ ਇੱਕ ਬਚਨ ਪੜ੍ਹਿਆ, ਗੁਰਬਾਣੀ ਦਾ ਸ਼ਬਦ ਪੜ੍ਹਿਆ, ਥਾਪਿਆ ਲਹਿਣਾ ਜੀਵ ਦੇ ਗੁਰ ਆਈ, ਸਿਰ ਛਤਰ ਫਿਰਾਇਆ, ਜੋਤੀ ਜੋਤ ਮਿਲਾਏ ਕੈ, ਸਤਿਗੁਰ ਨਾਨਕ ਰੂਪ ਬਟਾਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰਬਾਣੀ ਨਹੀਂ ਭਾਈ, ਇਹ ਸੱਚੀ ਹੈ ਜਿਹੜੀ ਪ੍ਰੀਤ ਹੈ। ਝੂਠੀ ਹੈ ਪ੍ਰੀਤ ਜਗ ਦੀ, ਸੱਚੀ ਹੈ ਗੁਰਾਂ ਦੀ ਗੁਰਬਾਣੀ। ਇਹ ਬਾਣੀ ਸੱਚੀ ਹੈ। ਤਾਂ ਤੇ ਸਤ ਸੰਗਤ ਜੀ, ਇਸ ਤੋਂ ਉਪਰੰਤ ਗੁਰੂ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਕਿਹਾ, ਜਗਤ ਦੇ ਉਧਾਰ ਵਾਸਤੇ ਸਾਡੀ ਸਾਰੀ ਬਾਣੀ ਇਕੱਤਰ ਕਰਕੇ ਸਾਨੂੰ ਪੜ੍ਹ ਕੇ ਸੁਣਾਓ। ਆਗਿਆ ਅਨੁਸਾਰ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸਾਰੀ ਬਾਣੀ ਚੁਣ ਚੁਣ ਕੇ ਗੁਰੂ ਜੀ ਪਾਸ ਬੈਠ ਕੇ ਸੁਣਾਈ। ਤਦ ਗੁਰੂ ਜੀ ਨੇ ਇਸ ਬਾਣੀ ਦਾ ਨਾਮ ਜਪ, ਆਪਾਂ ਪਹਿਲਾਂ ਵਿਚਾਰ 'ਚ ਕਹਿ ਤੀ ਨਾ, ਸ਼ੁਰੂ ਤੋਂ ਜਦੋਂ ਵਿਚਾਰ ਹੋਈ, ਜਪ ਸਤਿਕਾਰ ਵਜੋਂ ਜਪ ਜੀ ਸਾਹਿਬ, ਜਪ ਜੀ ਸਾਹਿਬ ਬਾਣੀ, ਮੂਲ ਬਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ। ਜਪ ਬਾਣੀ ਹੈ ਵੀ ਜਪਣਾ ਕਰੋ, ਆਰਾਧਨਾ, ਧਿਆਉਣਾ, ਸਿਮਰਨਾ, ਗੱਲ ਇੱਕੋ ਹੈ। ਵਿਦਵਾਨਾਂ ਨੇ ਵੱਖਰੋ ਵੱਖਰੋ ਨਾਮ ਦੇ ਨਾਲ ਜਿਵੇਂ ਜਿਵੇਂ ਦੀ ਭਾਸ਼ਾ ਵਰਤੀ ਹੈ। ਇੱਥੇ ਵੀ ਸੁਣਿਓ ਥੋੜ੍ਹਾ ਜਿਹਾ ਧਿਆਨ ਦੇ ਨਾਲ। ਜਪ ਜੀ ਸਾਹਿਬ ਰੱਖਿਆ ਅਤੇ ਫਰਮਾਇਆ ਕਿ ਜੋ ਵੀ ਗੁਰਸਿੱਖੀ ਦਾ ਇੱਛਾਵਾਨ ਸਿੱਖ ਸਵੇਰੇ ਇਸ਼ਨਾਨ ਕਰਕੇ ਇਸ ਜਪ ਬਾਣੀ ਨੂੰ ਵਿਚਾਰ ਨਾਲ ਇੱਕ ਮਨ ਹੋ ਕੇ ਪੜ੍ਹੇਗਾ ਅਤੇ ਇਸ ਦੇ ਸਿਧਾਂਤ ਨੂੰ ਗ੍ਰਹਿਣ ਕਰੇਗਾ, ਉਹ ਨਿਸ਼ਚੇ ਹੀ ਪਰਮ ਗਤੀ ਨੂੰ ਪ੍ਰਾਪਤ ਹੋਵੇਗਾ। ਇਸ ਦਾ ਨੇਮ ਨਾਲ ਪਾਠ ਕਰਨ ਵਾਲੇ ਦੇ ਨੇੜੇ ਕੋਈ ਜਿੰਨ ਭੂਤ ਨਹੀਂ ਆਵੇਗਾ ਅਤੇ ਨਾ ਹੀ ਕੋਈ ਜੰਤਰ ਮੰਤਰ ਅਸਰ ਕਰੇਗਾ। ਇਸ ਤਰ੍ਹਾਂ ਸ਼੍ਰੀ ਜਪ ਤੇ ਸਾਹਿਬ ਦੀ ਮਹਿਮਾ, ਸ਼੍ਰੀ ਜਪ ਜੀ ਸਾਹਿਬ ਜੀ ਦੀ ਮਹਿਮਾ ਦੱਸ ਕੇ ਗੁਰੂ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਕਿਹਾ, ਹੁਣ ਤੁਸੀਂ ਆਪਣੇ ਘਰ ਖੰਡੂਰ ਸਾਹਿਬ ਚਲੇ ਜਾਓ। ਗੁਰੂ ਜੀ ਦਾ ਹੁਕਮ ਮੰਨ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ ਆ ਗਏ। ਫਿਰ ਉੱਥੇ ਇੱਕ ਬਚਨ ਕੀਤਾ, ਫੇਰ ਬਸਾਇਆ ਫੇਰ ਆਣ ਸਤਿਗੁਰ ਖੰਡੂਰ। ਇਸ ਤਰ੍ਹਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦਾ ਪਹਿਲਾ ਵੱਡਾ ਨੇਮ ਹੁਕਮ
ਮੰਨਣ ਦਾ ਕੰਮ ਕੀਤਾ, ਕੰਮ ਕਰਕੇ ਵਿਖਾਇਆ, ਕਮਾ ਕੇ ਬਚਨ ਕਮਾ ਕੇ ਵਿਖਾਇਆ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਇੱਥੇ ਵਿਚਾਰ ਸਮਾਪਤ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਸਾਰੀਆਂ ਸੰਗਤਾਂ ਨੂੰ ਪ੍ਰੇਮ ਸਦਕਾ ਬੇਨਤੀ ਹੈ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਦਰਬਾਰ ਸਾਹਿਬ ਵਿਖੇ ਭਾਈ ਨਤਮਸਤਕ ਹੋਇਆ ਕਰੋ ਅਤੇ ਗੁਰਬਾਣੀ ਸੁਣਨਾ, ਕਥਾ ਵਿਚਾਰ ਜ਼ਰੂਰ ਸੁਣ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਦੀ ਸੰਗਤ ਗੁਰੂ ਸਾਹਿਬ ਬਖਸ਼ਣਹਾਰ ਹਨ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।